24 ਦੇ ਸਿਆਸੀ ਦੰਗਲ ਦਾ ਹੋਇਆ ਆਗਾਜ਼ 7 ਪੜਾਅ ਦੇ ਵਿੱਚ ਹੋਣਗੀਆਂ ਵੋਟਾਂ 19 ਅਪ੍ਰੈਲ ਤੋਂ ਹੋਵੇਗੀ ਸ਼ੁਰੂਆਤ 4 ਜੂਨ ਨੂੰ ਆਉਣਗੇ ਨਤੀਜੇ ਤਰੀਕਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਵੀ ਹੋਇਆ ਲਾਗੂ ਪੰਜਾਬ ਦੇ ਵਿੱਚ ਆਖਰੀ ਪੜਾਅ ਦੇ ਵਿੱਚ ਹੋਵੇਗੀ VOTING 7 ਤੋਂ 14 ਮਈ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ 1 ਜੂਨ ਨੂੰ ਪੈਣਗੀਆਂ ਵੋਟਾਂ 4 ਜੂਨ ਨੂੰ ਨਤੀਜੇ ਹਰਿਆਣਾ ਦੇ ਵਿੱਚ 6ਵੇਂ ਪੜਾਅ ਦੇ ਵਿੱਚ VOTING 25 ਮਈ ਨੂੰ ਪੈਣਗੀਆਂ ਵੋਟਾਂ ਕਰਨਾਲ ਦੀ ਵਿਧਾਨ ਸਭਾ ਸੀਟ ਦੇ ਲਈ ਵੀ ਹੋਵੇਗੀ VOTING ਖੱਟਰ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ ਕਰਨਾਲ ਸੀਟ ਹਿਮਾਚਲ ਦੇ ਵਿੱਚ ਆਖਰੀ ਪੜਾਅ ਦੇ ਵਿੱਚ 1 ਜੂਨ ਨੂੰ VOTING ਕਾਂਗਰਸ ਦੇ ਵੱਲੋਂ ਅਯੋਗ ਕਰਾਰ ਦਿੱਤੇ 6 ਵਿਧਾਇਕਾਂ ਦੀਆਂ ਸੀਟਾਂ ਤੇ ਵੀ ਹੋਵੇਗੀ ਜ਼ਿਮਨੀ ਚੋਣ ਸੁਖੂ ਸਰਕਾਰ ਦੇ ਲਈ ਇਕੱਠਾ ਹੋਵੇਗਾ ਲੋਕ ਸਭਾ ਤੇ ਵਿਧਾਨ ਸਭਾ ਦਾ ਟੈਸਟ ਚੋਣ ਜ਼ਾਬਤਾ ਲੱਗਣ ਦੇ ਬਾਅਦ ਐਕਸ਼ਨ ਦੇ ਵਿੱਚ ਪ੍ਰਸ਼ਾਸਨ ਸਿਆਸੀ ਪਾਰਟੀਆਂ ਦੇ ਬੋਰਡ ਤੇ ਬੈਨਰ ਉਤਾਰਨ ਦਾ ਕੰਮ ਹੋਇਆ ਸ਼ੁਰੂ ਸਮਾਣਾ ਦੇ ਵਿੱਚ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਲਾਈਵ ਪ੍ਰਚਾਰ ਵਾਲੇ ਬੋਰਡ ਉਤਾਰੇ ਗਏ ਅੱਜ ਮੁੰਬਈ ਦੇ ਵਿੱਚ ਖਤਮ ਹੋਵੇਗੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਸਮਾਪਤੀ ਮੌਕੇ ਹੋਵੇਗੀ ਵੱਡੀ ਰੈਲੀ ਦੇ ਵਿੱਚ ਸਹਿਯੋਗੀ ਪਾਰਟੀਆਂ ਦੇ ਲੀਡਰ ਵੀ ਹੋਣਗੇ ਸ਼ਾਮਿਲ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਖਟਕੜ ਕਲਾਂ ਚ ਸੀਐਮ ਮਾਨ ਨੇ ਸ਼ਹੀਦ ਆਜ਼ਮ ਨੂੰ ਕੀਤਾ ਨਮਨ ਅਜਾਇਬ ਘਰ ਦਾ ਕੀਤਾ ਉਦਘਾਟਨ ਪੰਜਾਬੀਆਂ ਤੋਂ ਮੰਗੀਆਂ 13 ਲੋਕ ਸਭਾ ਸੀਟਾਂ ਬੋਲੇ ਪੰਜਾਬ ਤੋਂ ਮੈਨੂੰ ਦਿਓ 13 ਹੱਥ ਪੰਜਾਬ ਦਾ ਇੱਕ ਵੀ ਪੈਸਾ ਨਹੀਂ ਦਿਆਂਗੇ ਲੁੱਟਣ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਲੰਬੀ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ ਕਿਹਾ ਅੱਜ ਦੇ ਸੀਨੀਅਰ ਬਾਦਲ ਜਿਉਂਦੇ ਹੁੰਦੇ ਤਾਂ ਉਹਨਾਂ ਨੂੰ ਚੋਣਾਂ ਦੇ ਐਲਾਨ ਦੇ ਨਾਲ ਚੜ ਜਾਣਾ ਸੀ ਚਾਹ ਬਰਗਾੜੀ ਬੇਅਦਬੀ ਕੇਸ ਦੇ ਵਿੱਚ ਪਹਿਲੀ ਵਾਰ ਆਇਆ ਹਨੀਪ੍ਰੀਤ ਦਾ ਨਾਮ ਮੁਲਜ਼ਮ ਪ੍ਰਦੀਪ ਕਲੇਰ ਨੇ ਕਿਹਾ ਬੇਅਦਬੀ ਦੇ ਮੁੱਖ ਸਾਜ਼ਿਸ਼ਕਰਤਾ ਰਾਮ ਰਹੀਮ ਅਤੇ ਹਨੀਪ੍ਰੀਤ ਮੈਜਿਸਟ੍ਰੇਟ ਅੱਗੇ ਦਰਜ ਕਰਾਏ ਬਿਆਨ ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤਾਂ ਉਮੀਦ ਹੈ ਤੁਸੀਂ ਸਾਰੇ ਖੈਰਿਅਤ ਦੇ ਨਾਲ ਹੋਵੋਗੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ 2024 ਦੇ ਸਿਆਸੀ ਦੰਗਲ ਦੀਆਂ ਤਰੀਕਾ ਦਾ ਐਲਾਨ ਹੋ ਗਿਆ ਹੈ ਯਾਨੀ ਕਿ ਬਿਗੁਲ ਵੱਜ ਚੁੱਕਿਆ ਹੈ ਤਰੀਕਾ ਦਾ ਐਲਾਨ ਹੋ ਚੁੱਕਿਆ ਹੈ ਕਿ ਆਖਰਕਾਰ ਵੋਟਾਂ ਜਿਹੜੀਆਂ ਨੇ 19 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਔਰ 4 ਜੂਨ ਨੂੰ ਨਤੀਜੇ ਆਉਣਗੇ ਤਾਂ ਦੇਸ਼ ਭਰ ਦੇ ਵਿੱਚ 7 ਪੜਾਅ ਦੇ ਵਿੱਚ ਦੱਸਦੀ ਕਿ VOTING ਹੋਏਗੀ ਬਿਹਾਰ ਯੂਪੀ ਬੰਗਾਲ ਦੇ ਵਿੱਚ ਸਾਰੇ 7 ਪੜਾਵਾਂ 'ਚ VOTING ਹੋਣੀ ਹੈ ਇਸ ਵਾਰ ਕਰੀਬ 97 ਕਰੋੜ ਵੋਟਰ ਨੇ 10.5 ਲੱਖ ਪੋਲਿੰਗ ਸਟੇਸ਼ਨ ਨੇ ਇਲੈਕਸ਼ਨ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ 1.5 ਕਰੋੜ ਦੇ ਕਰੀਬ ਪੋਲਿੰਗ ਤੇ ਸੁਰੱਖਿਆ ਸਟਾਫ ਰੱਖਿਆ ਗਿਆ ਤਾਂ VOTING ਦੇ ਲਈ 55 ਲੱਖ EVMs ਦਾ ਇਸਤੇਮਾਲ ਹੋਵੇਗਾ ਔਰ 49.7 ਕਰੋੜ ਜਿਹੜੇ ਪੁਰਸ਼ ਅਤੇ 47.1 ਕਰੋੜ ਮਹਿਲਾਵਾਂ ਵੋਟਰ ਨੇ ਔਰ 20 ਤੋਂ ਲੈ ਕੇ 29 ਸਾਲ ਵਾਲੇ ਨੌਜਵਾਨ ਵੋਟਰ ਨੇ ਦੱਸ ਦਈਏ ਕਿ 19.74 ਕਰੋੜ ਤਾਂ ਪਹਿਲੀ ਵਾਰ ਦੇ ਵੋਟਰ 1.8 ਕਰੋੜ ਔਰ 1 ਅਪ੍ਰੈਲ ਤੱਕ ਵੀ ਨਵੇਂ ਵੋਟਰ ਜਿਹੜੇ ਨੇ ਉਹ ਬਣ ਸਕਦੇ ਨੇ ਤਾਂ ਠੇਕਾ ਆਧਾਰਿਤ ਵਲੰਟਰਲੀ ਸਟਾਫ ਦੀ ਵਰਤੋਂ ਨਹੀਂ ਹੋਏਗੀ ਪੱਕਾ ਸਟਾਫ ਹੀ ਚੋਣਾਂ 'ਚ ਨਿਯੁਕਤ ਹੋਏਗਾ ਗਲਤ ਜਾਣਕਾਰੀਆਂ ਤੇ ਸਾਡੀ ਨਜ਼ਰ ਰਹੇਗੀ ਇਲੈਕਸ਼ਨ ਕਮਿਸ਼ਨ ਨੇ ਸਾਫ਼ ਕੀਤਾ ਹੈ ਅਸੀਂ ਆਪਣੀ ਵੈਬਸਾਈਟ ਤੇ ਸਹੀ ਅਤੇ ਗਲਤ ਦੀ ਜਾਣਕਾਰੀ ਦਵਾਂਗੇ ਲੋਕਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਚੈੱਕ ਕੀਤੀ ਜਾਵੇ ਬਿਨਾਂ ਚੈੱਕ ਕੀਤੇ ਗਲਤ ਜਾਣਕਾਰੀ ਅੱਗੇ ਨਾ ਵਧਾਓ 2100 ਆਬਜ਼ਰਵਰ ਨਿਯੁਕਤ ਕੀਤੇ ਜਾ ਰਹੇ ਨੇ ਸਿੱਕਿਮ ਓਡੀਸ਼ਾ ਆਂਧਰਾ ਪ੍ਰਦੇਸ਼ ਅਰੁਣਾਚਲ ਤੇ ਵਿਧਾਨ ਸਭਾ ਚੋਣਾਂ ਦੇ ਲਈ ਦੱਸਦੇ ਕਿ ਵੋਟਾਂ ਪੈਣਗੀਆਂ ਔਰ 26 ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਵੀ ਹੋਣੀ ਹੈ ਤਾਂ ਇਹ ਸਾਰੀ ਜਾਣਕਾਰੀ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕੱਲ ਇਲੈਕਸ਼ਨ ਕਮਿਸ਼ਨ ਨੇ ਦਿੱਤੀ ਹੈ ਤਾਂ ਪੰਜਾਬ ਦਾ ਜ਼ਿਕਰ ਕਰੀਏ ਤਾਂ ਇੱਥੇ ਆਖਰੀ ਪੜਾਅ ਦੇ ਵਿੱਚ VOTING ਹੋਏਗੀ 7 ਤੋਂ ਲੈ ਕੇ 14 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ 1 ਜੂਨ ਨੂੰ VOTING ਹੋਣੀ ਹੈ ਔਰ 4 ਜੂਨ ਨੂੰ ਦੱਸਦੇ ਕਿ ਨਤੀਜੇ ਆਉਣਗੇ 13 ਦੀਆਂ 13 ਸੀਟਾਂ ਦੇ ਲਈ ਇੱਕੋ ਪੜਾਅ ਦੇ ਵਿੱਚ VOTING ਹੋਏਗੀ ਔਰ ਚੰਡੀਗੜ੍ਹ ਦੇ ਵਿੱਚ ਵੀ ਦੱਸਦੀ ਹੈ ਕਿ 1 ਜੂਨ ਨੂੰ ਹੀ ਵੋਟਾਂ ਪੈਣੀਆਂ ਨੇ ਯਾਨੀ ਕਿ ਜਦੋਂ ਪੰਜਾਬ ਦੇ ਵਿੱਚ VOTING ਹੈ ਉਸੇ ਦਿਨ ਹੀ ਚੰਡੀਗੜ੍ਹ ਦੇ ਵਿੱਚ ਵੀ VOTING ਹੈ ਔਰ ਹਾਲਾਂਕਿ ਹਰਿਆਣਾ ਦੇ ਵਿੱਚ 6ਵੇਂ ਗੇੜ ਦੇ ਵਿੱਚ VOTING ਹੋਏਗੀ ਤਾਂ ਨਾਮਜ਼ਦਗੀਆਂ 7 ਤੋਂ 14 तक भरियां जा सकदियां ने नामजदगियां वापसी की तारीख 17 मई है यानी कि 3 दिन बाद तक जी वापसी ली जा सकती है नामजदगी और VOTING 1 जून नूं होएगी 4 जून नूं नतीजे आउणगे चोण अखाड़ा भी पूरी तरह भखिया हुआ है सारियां पार्टियां पब्बा पार ने और वक्खो-वक्ख तरीके दे नाल चोण प्रचार एक किस्म का पहला तो ही शुरू किया हुआ है अगर गल की जाए मौजूदा सत्ताधारी पार्टी की तो वक्-वक् स्टेजा तो जिक्र भगवंत मान कर रहे हैं और कल भी इनफैक्ट उन्होंने कहा कि 13 हथ पंजाब तो उन्होंने दे दिते जान
ਤਾਂ ਕਿ ਇੱਕ ਵੀ ਪੈਸਾ ਜਿਹੜਾ ਪੰਜਾਬ ਦਾ ਲੁੱਟਿਆ ਨਾ ਜਾਵੇ। ਇਸ ਤੋਂ ਇਲਾਵਾ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰੀਏ, ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ। ਕਾਂਗਰਸ ਵੀ ਆਪਣੇ ਪੱਧਰ ਤੇ ਰਾਹੁਲ ਗਾਂਧੀ ਦੇ ਵੱਲੋਂ ਜਿਹੜੀ ਭਾਰਤ ਬਚਾਓ ਨਿਆਂ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਸੀ, ਉਸ ਦੀ ਅੱਜ ਸਮਾਪਤੀ ਹੈ। ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਪ੍ਰਚਾਰ 'ਚ ਲੱਗੀਆਂ ਹੋਈਆਂ ਨੇ। ਔਰ ਬੀਜੇਪੀ ਦਾ ਜ਼ਿਕਰ ਕਰੀਏ ਤਾਂ ਉਹ ਵੀ ਵੱਖੋ-ਵੱਖ ਪਲੇਟਫਾਰਮ ਤੇ ਜਿਹੜਾ ਆਪਣੀਆਂ ਪ੍ਰਾਪਤੀਆਂ ਗਿਣਵਾ ਰਹੇ ਨੇ। ਦੇਖੋ, ਜਿਹੜਾ ਇਹ ਤਾਂ ਜਨਤਾ ਦੇ ਹੱਥ ਵਿੱਚ ਹੋਇਆ ਕਰਦਾ, ਕਿਸੇ ਨੂੰ ਵੀ ਜਿਤਾਉਣਾ, ਕਿਸੇ ਨੂੰ ਵੀ ਹਰਾਉਣਾ। ਪਿਛਲੀ ਜਿਹੜੀ ਅਸੈਂਬਲੀ ਦੀ ਚੋਣ ਹੋਈ ਸੀ, ਮੈਨੂੰ ਆਮ ਆਦਮੀ ਪਾਰਟੀ ਵੱਲੋਂ ਲੰਬੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ। ਲੰਬੀ ਹਲਕੇ ਦੇ ਪਿਆਰੇ ਲੋਕਾਂ ਨੇ ਕਾਫੀ ਲੰਮਾ ਸਮਾਂ ਹੋ ਗਿਆ ਸੀ ਮੈਨੂੰ ਉਹਨਾਂ ਦੇ ਵਿੱਚ ਵਿਚਰਦਿਆਂ, ਬਹੁਤ ਵੱਡਾ ਸਮਰਥਨ ਦੇ ਕੇ, ਆਪਣਾ ਵਿਸ਼ਵਾਸ ਦੇ ਕੇ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਜਿਵੇਂ ਤੁਸੀਂ ਕਹਿੰਦੇ ਦਹਾਕਿਆਂ ਤੋਂ ਲੋਕ ਸਭਾ ਬੀਬਾ ਹਰਸਿਮਰਤ ਹੋਰਾਂ ਕੋਲੇ ਹੈ, ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕੋਲੇ ਵੀ 25 ਸਾਲ ਤੋਂ ਲੰਬੀ ਦਾ ਹਲਕਾ ਸੀ। ਤੋ ਇਹ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਕਿ ਆਪਣਾ ਨੁਮਾਇੰਦਾ ਕਿਸ ਨੂੰ ਬਣਾਉਣਾ। ਮੈਨੂੰ ਲੋਕ ਸਭਾ ਹਲਕੇ ਦੇ ਪਿਆਰੇ ਵੋਟਰਾਂ ਤੇ ਬਹੁਤ ਵੱਡੀ ਉਮੀਦ ਹੈ। ਜਦੋਂ मैं जाऊंगा अपनी बेनती लेके तो मेरे ते वड्डा महापर्व के ऊपर अपनी मत का दान करके अपनी पसंदीदा सरकार लेके आनी है, अपनी पसंदीदा कैंडिडेट चुनने हैं। और ये मौका बहुत अहम मौका होता है और ये लोकतंत्र समुच्चे मतलब वर्ल्ड का, संसार का सबसे बड़ा और मजबूत लोकतंत्र है। और इसमें हर व्यक्ति जिसकी वोट बनी है, जिसकी वोट चाहे नहीं भी बनी है, लेकिन वो भी इसमें हिस्सा लेते हैं। तो किस तरीके से आप अपनी तैयारी कर रहे हैं, क्योंकि आपकी सीट पर जिस तरीके से कुलदीप धालीवाल आम आदमी पार्टी से आपके विरोधी होंगे, किस तरीके से देखते हैं? और आपका नाम पक्का है इस बार, क्योंकि तमाम हमारे सूत्र बता रहे हैं कि आप ही इस बार कांग्रेस के उम्मीदवार होंगे। देखिए, जहाँ तक हमारी तैयारी की बात है, हम तो सिटिंग सांसद हैं और सिटिंग सांसद होने की जिम्मेदारी बढ़ जाती है। और उसमें जो हमारा किए हुए काम है, चाहे सामाजिक हो, राजनीतिक हो, धार्मिक हो, व्यक्तिगत हो, उसमें सब में मूल्यांकन होता है और ये पब्लिक करती है। हमारा बॉर्डर डिस्ट्रिक्ट है, उसके जुड़े मुद्दे सड़क से लेकर संसद तक सांसद ने कैसे उठाए हैं, इस सब का मूल्यांकन होना। तो हमारी तैयारी तो, हमारा तो अब रिजल्ट देना है लोगों ने कि वोटों की शक्ल में अब वो कितना हमारे के ऊपर हमने विश्वास बनाया है उनके ऊपर, वो समय तय करेगा। पंजाब नूं श्रोमणी अकाली दल, इत्थे दीयां लोकल पार्टी, इत्थे दे लोकल लोग चाहिए चलाउण वास्ते, जिहड़े इत्थे दी संस्कृति नूं, इत्थे दे कारोबार नूं, इत्थे दे लोगां नूं समझ सकदे हन। पंजाब बहुत अच्छा रहेगा अकाली दल वास्ते, क्योंकि जिहड़ी पंजाब बचाओ यात्रा निकल रही है, बहुत भरमा हुंगारा उस यात्रा नूं मिल रहा। लोग आप मुहारे बादल साहब का स्वागत करने वास्ते सड़कों पर आ रहे हैं और एक मिसाल वाला इकट्ठ उन्हों की जी स्वागत वास्ते पहुँच रहा। तो अकाली दल बहुत मजबूती नाल पंजाब से वापस आ सकते। हम पहले तो वेलकम करते हैं, ये 7 फेसेस में हो रहा है और मेरे को लगता है इस बार इलेक्शन कमीशन बहुत तैयारी से चुनाव के लिए उन्होंने बड़ी तैयारी करी, जो हमने आज सब देखा। हर तरीके की, चाहे वायलेंस को रोकने के लिए, पैसे के धनबल को रोकने के लिए, किसी तरह के लोभ लालच को रोकने के लिए, और बहुत ट्रांसपेरेंसी से फेयर एंड फेयर, सबसे फेयरेस्ट इलेक्शन हो, ये मैं इसके लिए इलेक्शन कमीशन को बधाई भी देता हूँ। हमें यह भी विश्वास है कि जो आज इलेक्शन कमिश्नर साहब ने, चीफ सीईसी साहब ने कहा कि ये देश का भविष्य तय करने वाला चुनाव होगा, हमें यकीन है कि देश के लोग, जैसे 10 साल में इस देश को बदलते उन्होंने देखा है, भारत दुनिया की तीसरी सबसे बड़ी अर्थव्यवस्था बनने जा रहा है, उसका जो आज मैं मानता हूं कि जो शंख हुआ है वो आज से हुआ है। ਅੱਗੇ ਵਧਾਂਗੇ ਤਾਂ ਹਰਿਆਣਾ ਦਾ ਜ਼ਿਕਰ ਕਰਾਂਗੇ। ਹਰਿਆਣਾ ਦੇ ਵਿੱਚ 6ਵੇਂ ਪੜਾਅ ਦੇ ਵਿੱਚ VOTING ਹੋਏਗੀ। 29 ਅਪ੍ਰੈਲ ਤੋਂ 6 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਹਰਿਆਣਾ ਦੇ ਵਿੱਚ ਔਰ 25 ਮਈ ਨੂੰ VOTING ਹੋਏਗੀ। ਤਾਂ ਇੱਕ ਪੜਾਅ ਦੇ ਵਿੱਚ ਸਾਰੀਆਂ 10 ਸੀਟਾਂ ਤੇ ਹੀ VOTING ਹੋਏਗੀ ਔਰ ਕਰਨਾਲ ਦੀ ਵਿਧਾਨ ਸਭਾ ਸੀਟ ਤੇ ਵੀ VOTING ਹੋਣੀ ਹੈ। ਤਾਂ ਮਨੋਹਰ ਲਾਲ ਖੱਟਰ ਦੇ ਅਸਤੀਫੇ ਕਰਕੇ ਦੱਸਦੇ ਕਿ ਸੀਟ ਖਾਲੀ ਹੋਈ ਸੀ, ਤਾਂ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੋਣ ਲੜਨਗੇ। मेरे प्यारे हरियाणा वासियों,
विश्व के सबसे बड़े लोकतंत्र में आज आम चुनावों की घोषणा की गई है। मैं सबसे बड़े लोकतांत्रिक चुनाव व्यवस्थित तरीके से कराने के लिए चुनाव आयोग को अग्रिम बधाई देता हूं। इसके साथ ही मेरी ये उम्मीद भी है कि देश को और तेजी से विकास और समृद्धि के पथ पर ले जाने में ये आम चुनाव महत्वपूर्ण भूमिका निभाएंगे। मैं सबसे पहले तो प्रदेशवासियों से अपील करता हूं कि विकसित भारत और मजबूत भारत के निर्माण के लिए इस लोकतांत्रिक पर्व में हिस्सा लेकर और ज्यादा से ज्यादा वोट कर अपनी भागीदारी सुनिश्चित करें। अपील करता हूं कि हरियाणा की 10 में से 10 सीटें जीतकर भारतीय जनता पार्टी 370 सीटें और एनडीए को 400 पार लेकर जाने में आप अपनी सशक्त भूमिका निभाएंगे। ਅੱਗੇ ਵਧਦੇ ਹਾਂ। ਹਿਮਾਚਲ ਦੇ ਵਿੱਚ ਵੀ ਆਖਰੀ ਪੜਾਅ ਦੇ ਵਿੱਚ VOTING ਹੋਏਗੀ। 7 ਤੋਂ 14 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। 1 ਜੂਨ ਨੂੰ VOTING ਹੋਏਗੀ ਪੰਜਾਬ ਵਾਲੇ ਦਿਨ ਔਰ 4 ਜੂਨ ਨੂੰ ਨਤੀਜੇ ਆਉਣਗੇ। ਤਾਂ ਹਿਮਾਚਲ ਦੇ ਵਿੱਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਵੀ ਨਾਲ ਹੀ ਹੋਏਗੀ ਔਰ ਜ਼ਿਮਨੀ ਚੋਣ ਦੇ ਲਈ ਵੀ 1 ਜੂਨ ਨੂੰ VOTING ਹੋਣੀ ਹੈ। ਤਾਂ ਕਾਂਗਰਸ ਦੇ 6 ਵਿਧਾਇਕ ਅਯੋਗ ਕਰਾਰ ਦੇਣ ਤੇ ਜ਼ਿਮਨੀ ਚੋਣ ਹੋਏਗੀ। ਸੁਖੂ ਸਰਕਾਰ ਦੇ ਲਈ ਡਬਲ ਚੈਲੰਜ ਹੋਏਗਾ ਸੁਭਾਵਿਕ ਤੌਰ ਤੇ, ਕਿਉਂਕਿ ਸਸਪੈਂਡ ਕੀਤੇ ਗਏ ਸੀ ਔਰ ਇਹ ਵਿਧਾਇਕ ਜਿਨ੍ਹਾਂ ਦੇ ਚੱਲਦੇ ਉਸੇ ਸੀਟਾਂ ਤੇ ਹੁਣ ज़िमनी चोण होनी है। कांग्रेस पार्टी ने तो बहुत पहले से अपना चुनाव अभियान शुरू कर दिया है। हम हर क्षेत्र में जाकर लोगों को अपनी बात भी कह चुके हैं, लोगों की आवाज़ को भी सुन चुके हैं और मेरे को लगता है कि जल्दी ही जो हमने इलेक्शन का हम सामना करना जा रहे हैं उसमें मुझे पूर्ण विश्वास है कि कांग्रेस उसमें भारी बहुमत से जीतेगी। हम 6 की 6 सीटें जीतेंगे। जो ये अभी बाई इलेक्शंस आए हैं उसमें भी हम दावा करते हैं कि हम उन सीट्स में जिनको भी कांग्रेस हाईकमांड टिकट देती है उनके लिए हम पुरजोर मेहनत करेंगे, रात दिन मेहनत करेंगे और उनको जिताकर अवश्य हम सफल बनाएंगे। ਤਾਂ ਚੋਣਾਂ ਤੇ ਐਲਾਨ ਦੇ ਦੌਰਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦਾ ਸ਼ਾਇਰਾਨਾ ਅੰਦਾਜ਼ ਵੀ ਵੇਖਣ ਨੂੰ ਮਿਲਿਆ। ਲੀਡਰਾਂ ਦੇ ਭੜਕਾਊ ਭਾਸ਼ਣਾਂ ਤੋਂ ਲੈ ਕੇ ਦਲ ਬਦਲੀਆਂ ਦੇ ਦੌਰ ਤੇ ਔਰ ਈਵੀਐਮ ਤੇ ਉੱਠ ਰਹੇ ਸਵਾਲਾਂ ਤੇ ਉਹਨਾਂ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਜਵਾਬ ਦਿੱਤਾ। और सोशल मीडिया के बारे में आप सबसे भी एक अपील है कि थोड़ा देख लें, मतलब जो आया उसको आगे नहीं करना चाहिए। इसमें एक बहुत बड़ा झूठ का बाजार भी है। मैं इसके बारे में सोच रहा था तो मैंने कुछ चंद लाइनें लिखी थी जो आपको बताना चाहता हूं। झूठ के बाजार में रौनक तो बहुत है, गोया बुलबुले जैसी तुरंत ही फट जाती है। पकड़ भी लोगे तो क्या हासिल होगा सिवाय धोखे के। तो उसको थोड़ा रोक के देखें, समझ लें आगे बढ़ाने लायक है कि नहीं है, ना बढ़ाएं। सो प्लीज अवॉइड क्रिएटिंग डिजिटल मेमोरी of bad words which are coming from your mouth. Please be civilized during the election. This is what is our advice. और एक बार जब लड़ाई झगड़ा होता है ना तो प्रेम का धागा टूट जाता है और जब प्रेम का धागा टूट गया तो बड़ी मुश्किल होती है। रहीम ने कहा था, रहीमन धागा प्रेम का मत तोड़ो चिटकाए, टूटे से फिर ना मिले, मिले गांठ पड़ जाए। तो क्यों ऐसी गांठ बांधनी है। थोड़ा प्यार मोहब्बत से कैंपेनिंग करें, शोर शराबा कम हो। राजनीतिक दलों को बहुत पर्सनल अटैक से बचना चाहिए। फिर मुझे बदर साहब का एक शेर याद आता है, दुश्मनी जमकर करो लेकिन ये गुंजाइश रहे, दुश्मनी जम के करो लेकिन ये गुंजाइश रहे, जब कभी हम दोस्त हो जाएं तो शर्मिंदा ना हो। और वैसे भी आजकल जल्दी जल्दी दोस्त बनना और जल्दी जल्दी दुश्मन बनने की प्रक्रिया थोड़ी ज्यादा चल रही है। तो पार्टीज कम से कम ऐसा ना गंदा बोलें कि वो एक दूसरे के दुश्मन बन जाएं और फिर कुछ ना हो सके। तो मुझे भी ईवीएम पे फिर मैं रात सोच रहा था ये प्रश्न तो आएगा जरूर, तो फिर रात को मैंने कुछ लिखा अपने हाथ से, वो फिर आपको सुनाता हूं। अधूरी हसरतों का इल्जाम, अधूरी हसरतों का इल्जाम हर बार हम पर लगाना ठीक नहीं। ये ईवीएम कह रही है, मैं नहीं कह रहा हूं। अधूरी हसरतों का इल्जाम हर बार हम पे लगाना ठीक नहीं, वफा खुद से नहीं होती, खता ईवीएम की कहते हो। और बाद में गोया
जब परिणाम आता है तो उस पर कायम भी नहीं रहते, आप ही के पक्ष में रिजल्ट आ जाता है। ये क्या बात है भाई? ਤਾਂ ਜੋ ਚੋਣ ਜ਼ਾਬਤਾ ਲੱਗਦੇ ਹੀ ਅਸਰ ਦਿਖਣ ਲੱਗਿਆ ਹੈ। ਸਮਾਣਾ ਦੇ ਵਿੱਚ ਸਥਾਨਕ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਨਜ਼ਰ ਆਇਆ ਔਰ ਸਿਆਸੀ ਧਿਰਾਂ ਦੇ ਬੈਨਰ ਅਤੇ ਪੋਸਟਰ ਉਤਰਨ ਲੱਗੇ ਨੇ। ਤਾਂ ਸਮਾਣਾ ਦੇ ਵਿੱਚ ਸਿਆਸੀ ਧਿਰਾਂ ਦੇ ਬੋਰਡ ਫਲੈਕਸ ਉਤਾਰੇ ਗਏ ਨੇ ਔਰ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਦੱਸ ਦਈਏ ਕਿ ਐਕਸ਼ਨ ਦਿਖਾਈ ਦੇ ਰਿਹਾ ਹੈ। ਉਹ ਵੀ ਦੇਖੋ ਜੀ, ਜਿੱਥੇ ਵੀ ਲੱਗੇ ਹੋਏ ਆ ਅਸੀਂ ਉਤਾਰ ਰਹੇ ਹਾਂ। ਹਾਂ, ਚੋਣ ਕਮਿਸ਼ਨ ਵੱਲੋਂ ਹਦਾਇਤਾਂ ਅਨੁਸਾਰ ਜੀ ਜਿਵੇਂ ਉਹਨਾਂ ਨੇ ਸਾਨੂੰ ਹਦਾਇਤਾਂ ਕੀਤੀਆਂ ਉਸ ਮੁਤਾਬਕ ਅਸੀਂ ਸਾਰੇ ਉਤਾਰ ਰਹੇ ਹਾਂ। किसी पार्टी का भी? ਹਾਂ, ਸਾਰੀਆਂ ਪਾਰਟੀਆਂ ਦੇ। ਤਾਂ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਾਂਗੇ। ਅਨੰਦਪੁਰ ਸਾਹਿਬ ਨੂੰ ਲੈ ਕੇ ਵੱਡੀ ਖਬਰ ਹੈ। ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਤੇ ਹਰਜੋਤ ਬੈਂਸ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਰਾਏਸ਼ੁਮਾਰੀ ਤੋਂ ਬਿਨਾਂ ਕੋਈ ਫੈਸਲਾ ਨਹੀਂ ਹੋਵੇਗਾ। ਜ਼ਿਲ੍ਹਾ ਬਣਾਉਣ ਦੇ ਲਈ ਲੋਕਾਂ ਦੀ ਸਲਾਹ ਲਵਾਂਗੇ। ਤਾਂ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ ਦੇ ਵਿੱਚ ਕੁਝ ਸਾਲ ਪਹਿਲਾਂ ਮਲੇਰਕੋਟਲਾ ਨੂੰ ਇੱਕ ਵੱਖਰਾ ਜ਼ਿਲ੍ਹਾ ਜ਼ਰੂਰ ਬਣਾਇਆ ਗਿਆ ਔਰ ਉਸ ਸਮੇਂ ਜਿਹੜੀ ਅਨਾਉਂਸਮੈਂਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਜਿਸ ਮੌਕੇ ਤੇ ਇਹ ਅਨਾਉਂਸਮੈਂਟ ਹੁੰਦੀ ਹੈ, ਇਹ ਐਲਾਨ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਹੁਣ ਅਨੰਦਪੁਰ ਸਾਹਿਬ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਮੰਗ ਉੱਠ ਰਹੀ ਹੈ, ਜਿਸ ਤੇ ਹਰਜੋਤ ਬੈਂਸ ਦਾ ਬਿਆਨ ਹੈ। मैं यही कहूँगा कि एक पक्ष ये कहता है कि जी जिला बनना चाहिए, एक पक्ष ये कहता है जिला नहीं बनना चाहिए। मैं उन्होंने ये कहूँगा कि ये हजे बहुत अर्ली स्टेज है, रायशुमारी है। वकील भाईचारा इकट्ठा, मैं भी पहला वकील है, इस करके तुसी प्लीज़ अपने जिहड़ा है इट्स अ लॉन्ग मैटर। एक किसी ਨੂੰ भी बिना किसी ਦੀ ਰਾਏ बिना जिन्ने भी इंटरस्टिड पार्टीज़ ने, जिन्ने भी वासी ने, उन्हों की सलाह बिना, उन्हों की राय शुमारी बिना इदां दा कोई भी फैसला नहीं लिया जाएगा। ਉਧਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਮਜ਼ਦੂਰਾਂ ਨੂੰ ਗਰੰਟੀ ਸਾਹਮਣੇ ਆਈ ਹੈ। ਮਜ਼ਦੂਰਾਂ ਦੇ ਲਈ ਕਾਂਗਰਸ ਦੇ ਵੱਲੋਂ 5 ਨਿਆਂ ਗਰੰਟੀ ਦਾ ਐਲਾਨ ਕੀਤਾ ਗਿਆ ਹੈ। ਹੈਲਥ ਤੋਂ ਲੈ ਕੇ ਸੁਰੱਖਿਅਤ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ। ਤਾਂ ਮਜ਼ਦੂਰਾਂ ਨੂੰ 400 ਰੁਪਏ ਪ੍ਰਤੀ ਦਿਨ ਦੀ ਘੱਟੋ-ਘੱਟ ਮਜ਼ਦੂਰੀ ਦੀ ਗਰੰਟੀ ਦਿੱਤੀ ਗਈ ਹੈ। ਮਜ਼ਦੂਰਾਂ ਦੇ ਲਈ ਬੀਮਾ ਤੇ ਦੁਰਘਟਨਾ ਬੀਮਾ ਦੀ ਵੀ ਗਰੰਟੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜ਼ਿਕਰ ਕਰੀਏ ਤਾਂ ਕਾਂਗਰਸ ਨੇ ਮਹਿਲਾਵਾਂ ਨੂੰ ਵੀ 5 ਗਰੰਟੀਆਂ ਦਿੱਤੀਆਂ। ਮਹਿਲਾਵਾਂ ਨੂੰ ਜਿਹੜੀਆਂ ਗਰੀਬ ਉਸ ਦੇ ਵਿੱਚ ਆਉਂਦੀਆਂ ਨੇ ਤਾਂ ਉਹਨਾਂ ਨੂੰ ਇੱਕ ਸਾਲ ਦੇ ਹਿਸਾਬ ਦੇ ਨਾਲ ਲੱਖ ਰੁਪਏ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਸਹਾਇਤਾ ਰਾਸ਼ੀ, ਇਸ ਤੋਂ ਇਲਾਵਾ ਹੋਰ ਕਈ ਗਰੰਟੀਆਂ ਦਿੱਤੀਆਂ ਗਈਆਂ ਔਰ ਹੁਣ ਮਜ਼ਦੂਰਾਂ ਨੂੰ ਇਹ ਗਰੰਟੀ ਦਿੱਤੀ ਗਈ ਹੈ। Through the course of his yatra, Congress Party has announced 15 guarantees for Kisan Nyay Yatra, Kisan Nyay, Yuva Nyay and Mahila Nyay. In each Nyay, there will be 5 points, totally 15 points in these 3 guarantees. Today, we will be announcing another 5 guarantees, each for Shramik Nyay and Hissedari Nyay. ਉਧਰ ਮਸ਼ਹੂਰ ਸਿੰਗਰ ਅਨੁਰਾਧਾ ਪੋਡਵਾਲ ਦੀ ਸਿਆਸੀ ਪਾਰੀ ਦਾ ਆਗਾਜ਼ ਹੋਇਆ ਕੱਲ ਔਰ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ। ਅਨੁਰਾਧਾ ਪੋਡਵਾਲ ਦਿੱਲੀ ਦੇ ਵਿੱਚ ਬੀਜੇਪੀ ਦਾ ਪੱਲਾ ਫੜਿਆ ਹੈ। ਸਰਕਾਰ ਦਾ ਸਨਾਤਨ ਦੇ ਨਾਲ ਡੂੰਘਾ ਕਨੈਕਸ਼ਨ ਹੈ, ਅਨੁਰਾਧਾ ਨੇ ਕਿਹਾ ਔਰ ਬੀਜੇਪੀ ਦੇ ਵਿੱਚ ਸ਼ਾਮਿਲ ਹੋਣਾ ਮੇਰੀ ਖੁਸ਼ਕਿਸਮਤੀ ਹੈ। ਇਸ ਤੋਂ ਪਹਿਲਾਂ ਦੱਸਦਾ ਹੀ ਹੈ ਕਿ ਕਈ ਕ੍ਰਿਕਟਰ, ਕਈ ਅਜਿਹੇ ਅਦਾਕਾਰ ਪਹਿਲਾਂ ਤੋਂ ਹੀ ਵੱਖ-ਵੱਖ ਪਾਰਟੀਆਂ ਦੇ ਵਿੱਚ ਨੇ ਔਰ ਬੀਜੇਪੀ ਦੇ ਵਿੱਚ ਵੀ ਕਈ ਅਜਿਹੇ ਅਦਾਕਾਰ ਨੇ ਔਰ ਹੁਣ ਅਨੁਰਾਧਾ ਪੋਡਵਾਲ ਦੀ ਵੀ ਐਂਟਰੀ ਹੋਈ ਹੈ। मुझे बहुत बहुत खुशी है क्योंकि हमारे जो आइडियल्स हैं वो एक ही हैं, इसलिए ज़्यादा और हमारे जो आइडियल्स है वो एक ही होने की वजह से और भी मुझे अच्छा लग रहा है। ਪੰਜਾਬ ਦੇ ਵੱਲ ਰੁਕ ਕਰਦੇ ਹਾਂ। ਪੰਜਾਬ ਦੀ ਮਾਨ ਸਰਕਾਰ ਨੂੰ 2 ਸਾਲ ਕੱਲ ਪੂਰੇ ਹੋ ਗਏ ਔਰ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਖਟਕੜ ਕਲਾਂ ਪਹੁੰਚੇ ਸਨ ਸੀਐਮ ਭਗਵੰਤ ਮਾਨ। ਤਾਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ ਗਿਆ, ਨਮਨ ਕੀਤਾ ਗਿਆ, ਅਜਾਇਬ ਘਰ ਦਾ ਵੀ ਉਦਘਾਟਨ ਕੀਤਾ ਹੈ। ਰੋਜ਼ਾਨਾ ਲੋਕ ਪੱਖੀ ਫੈਸਲੇ ਹੋ ਰਹੇ ਨੇ, ਸੀਐਮ ਨੇ ਇਹ ਕਿਹਾ ਔਰ ਸੀਐਮ ਮਾਨ ਦਾ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸਾਹਮਣੇ ਆਇਆ ਕਿ ਅੱਜ ਆਜ਼ਾਦੀ ਅਤੇ ਸੰਵਿਧਾਨ ਖਤਰੇ ਦੇ ਵਿੱਚ ਹੈ। ਹਰ ਕੰਮ ਦੇ ਵਿੱਚ ਕੇਂਦਰ ਪਰੇਸ਼ਾਨ ਕਰਦਾ ਹੈ। ਈਡੀ, ਸੀਬੀਆਈ, ਆਈਟੀ ਦੇ ਜ਼ਰੀਏ ਡਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸੁਪਰੀਮ ਕੋਰਟ ਦੇ ਫੈਸਲੇ ਬਦਲੇ ਜਾ ਰਹੇ ਨੇ। ਦੋਨੇ ਚੀਜ਼ਾਂ ਹੀ ਖਤਰੇ 'ਚ ਨੇ।
आजादी भी, क्योंकि जदों ही कोई बोलता कुछ, जदों ही कोई काम करने की कोशिश करता है ਜਾਂ कोई सरकार की कोई आलोचना करता है, ਚੱਕ के ईडी आ जाती है, CBI आ जाती है, इनकम टैक्स आ जाता है, डराउण ਦੀਆਂ कोशिशां ਤੇ ਦੂਜੇ ਪਾਸੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ। ਸੁਪਰੀਮ ਕੋਰਟਾਂ ਦੇ ਫੈਸਲੇ ਬਦਲੇ ਜਾ ਰਹੇ ਨੇ। ਸੁਪਰੀਮ ਕੋਰਟ ਦੀ ਜਿਹੜੀ ਬੈਂਚ ਹੈ ਉਹਦਾ ਕੋਈ ਫੈਸਲਾ ਹੋਵੇ ਉਹਨੂੰ ਦੁਬਾਰਾ ਆਰਡੀਨੈਂਸ ਲਿਆ ਕੇ ਬਦਲ ਦਿੱਤਾ ਜਾਂਦਾ ਹੈ। ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਕੰਮ ਨਹੀਂ ਕਰ ਦਿੱਤੇ ਜਾਂਦੇ। ਤਾਂ ਇੰਨਾ ਹੀ ਨਹੀਂ, ਸੀਐਮ ਮਾਨ ਨੇ ਸੁਨੀਲ ਜਾਖੜ ਤੇ ਵੀ ਤੰਜ ਕੱਸਿਆ ਔਰ ਕਿਹਾ ਕਿ ਜਾਖੜ ਨੇ ਪਰਨੀਤ ਕੌਰ ਨੂੰ ਬੀਜੇਪੀ ਦੇ ਵਿੱਚ ਸ਼ਾਮਿਲ ਕਰਾਇਆ ਹੈ। ਇਹ ਤਾਂ ਪਹਿਲਾਂ ਕਾਂਗਰਸ ਦੇ ਵਿੱਚ ਵੀ ਇਕੱਠੇ ਹੀ ਸੀ, ਤਾਂ ਕਈਆਂ ਨੂੰ ਤਾਂ ਸਵੇਰੇ ਉੱਠ ਕੇ ਪਤਾ ਨਹੀਂ ਹੁੰਦਾ ਕਿ ਕਿਸ ਪਾਰਟੀ ਦੇ ਵਿੱਚ ਨੇ। ਤਾਂ ਸੁਖ ਵਿਲਾਸ ਨੂੰ 10 ਸਾਲ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਤੋਂ ਛੋਟ ਹੈ ਔਰ 7 ਸਟਾਰ ਹੋਟਲ ਨੂੰ 85 ਕਰੋੜ ਦੇ ਵੈਟ ਤੋਂ ਵੀ ਛੋਟ ਹੈ। ਤਾਂ ਪੰਜਾਬ ਦਾ ਇੱਕ ਇਹ ਪੈਸਾ ਜਿਹੜਾ ਹੈ ਉਹ ਕਿਸੇ ਨੂੰ ਲੁੱਟਣ ਨਹੀਂ ਦੇਵਾਂਗੇ, ਸੀਐਮ ਨੇ ਇਹ ਕਿਹਾ ਹੈ। मैं फोटो देखी मां कहते सुनील जाखड़ महाराणी पनीत कौर नूं शामिल कराउणगे। मैं कहा किहड़ी पार्टी वालों चल रहा काम ये? वो कह बीजेपी पर। अच्छा अच्छा। मैं कहा पहले तो मैं इकट्ठी हुंदे सी कांग्रेस च, हुण उधर जाके एक दूजे नूं शामिल करा लैंदे ने। आही काम है बस। आपे मैं रज्जी पुज्जी, आपे मेरे बच्चे जीण, आप ही आपदा सरोपा पांदे ओहदे पांदा, कह तू मेरे पा दे। चलो जी, बहुत मजबूती मिली जी, मजबूती मिली। इन्होंने पता ही नहीं सी कि पैसे थोड़े चो आउणगे, वो पहाड़ां च पए ने पैसे। हाँ कड्डांगे कड्डांगे, ज्यों ज्यों पट्टी जंदे खजाना जमा साफ आई जांदा है। दुनिया भर दा टैक्स माफ करा लिया, लोकां नूं बिजली माफ नहीं, सुख विलास नूं बिजली माफ है 10 साल वास्ते। इलैक्ट्रिसिटी ड्यूटी, बैट माफ है 85 करोड़ रुपये का बैट एक 7 स्टार होटल नूं 10 साल वास्ते माफ। दसो हद है यार। उधर लंबी हल्के दे विच सुखबीर बादल दी यात्रा पहुंची, श्रोमणी अकाली दल दी यात्रा पहुंची तो लंबी हल्के दे वख-वख पिंडां दा दौरा किया गया। प्रकाश सिंह बादल नूं याद किया गया। चोणां दे ऐलान दे नाल सीनियर बादल नूं चाह चढ़ जाना सी। सुखबीर बादल ने कहा उन्हां नूं चोणां आउण दे नाल चाह चढ़ जांदा सी। सरदार बादल ने चंगी प्लैनिंग दे नाल चोणां लड़ियां सन, चोणां मौके बहुत उत्साहित हुंदे सन प्रकाश सिंह बादल। यह भी सुखबीर बादल ने कहा। कांग्रेस का जिक्र करांगे। रवनीत बिट्टू के खिलाफ एक होर मामला दर्ज होया है। लुधियाना के लाडोवाल थाने दे विच मामला दर्ज होया है तो 100 होर अणपछातियां नूं नामजद किया गया है। और सदाजी की कारकस यूटिलाइजेशन प्लांट के चौकीदार ने शिकायत दी सी तो बिट्टू के साथियों ते प्लांट के विच हंगामा करने के इल्जाम लगे ने। 25 जनवरी नूं प्लांट के अंदर वड़न की कोशिश की गई। चौकीदार ने दस्सिया कामगार के कर्मचारियों नूं प्लांट बंद करने के लिए मजबूर किया गया। समाने का मान लो पर मैं नहीं दिती वीडियो किसी ने हरियाणा के वल रुख करते हैं। कुरुक्षेत्र तो लोक सभा चोण लड़नगे अभय चौटाला। INLD यानी कि इनैलो के प्रमुख जनरल सकत्तर ने अभय चौटाला। तो ऐलानाबाद तो इनैलो के विधायक ने अभय चौटाला और 2019 दे विच अभय चौटाला के बेटे अर्जुन चौटाला ने चोण लड़ी सी। तो पिछली बार अर्जुन चौटाला की जमानत जब्त हुई सी और जिस तो बाद हुण खुद मैदान दे विच अभय चौटाला आप उतरन। 10 की 10 लोकसभा सीटों के पैनल सौंप दिए गए और आज कुरुक्षेत्र लोकसभा सीट का फैसला चौटाला साहब ने किया है। बरकरार राय के आधार पे, रायशुमारी के आधार पे पार्टी के राष्ट्रीय अध्यक्ष ने यहां से उम्मीदवार का नाम फाइनल किया है और चौधरी अभय सिंह चौटाला जी इंडियन नेशनल लोकदल पार्टी के उम्मीदवार होंगे। ਹੁਣ ਜ਼ਿਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਰਦੇ ਹਾਂ, ਜਿਨ੍ਹਾਂ ਨੂੰ ਵੱਡੀ ਰਾਹਤ ਦਿੰਦਿਆਂ ਕੋਰਟ ਨੇ ਈਡੀ ਦੇ ਸੰਬੰਧ ਤੇ ਅਗਾਊਂ ਜ਼ਮਾਨਤ ਦੇ ਦਿੱਤੀ ਔਰ ਇਸ ਤੋਂ ਭਾਜਪਾ ਨੇ ਕੇਜਰੀਵਾਲ ਤੇ ਸਵਾਲ ਖੜੇ ਕੀਤੇ ਨੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਰੋਜ਼ ਐਵੀਨਿਊ ਕੋਰਟ ਨੇ ਈਡੀ ਦੇ ਸੰਬੰਧ ਤੇ ਕੇਜਰੀਵਾਲ ਨੂੰ ਅਗਾਊਂ ਜ਼ਮਾਨਤ ਦਿੱਤੀ ਹੈ। ਅਦਾਲਤ ਵਿੱਚ ਖੁਦ ਪੇਸ਼ ਹੋਏ ਕੇਜਰੀਵਾਲ ਨੇ 15-15 ਹਜ਼ਾਰ ਰੁਪਏ ਦੇ ਮੁਚਲਕੇ ਭਰੇ।
ਕੋਰਟ ਨੇ ਉਹਨਾਂ ਨੂੰ ਨਾ ਸਿਰਫ ਅਗਾਊਂ ਜ਼ਮਾਨਤ ਦਿੱਤੀ ਹੈ ਸਗੋਂ ਰੈਗੂਲਰ ਪੇਸ਼ੀ ਤੋਂ ਵੀ ਛੋਟ ਦਿੱਤੀ गई है। पिछले 1.5 साल से बुलाया जा रहा था, आप सत्ता का प्रयोग करते हो, वंशावली का प्रयोग करते हो, जवाब नहीं देना चाहते। आप खुद ही बताइए, क्या देश के संविधान से वंशावली बढ़ी है? क्या देश के संविधान बढ़ा है कि वंशावली बढ़ी है? क्या वंशावली के प्रभाव से इंस्टीट्यूशन, कॉन्स्टिट्यूशन, लॉ साइड पर रख दिया जाए? हमारी सरकार की कमिटमेंट है जीरो टॉलरेंस ऑन करप्शन। जो चोरी करेगा उसको सजा मिलेगी, चाहे कोई भी हो। अरविंद केजरीवाल जी 15,000 रुपए की जमानत लेके आए हैं कोर्ट के समनों के अगेंस्ट जो ईडी की कंप्लेंट पे जारी किए गए थे। मतलब ईडी ने अपनी जो कंप्लेंट के तहत अरविंद केजरीवाल जी को कोर्ट ने बुलाया था, उसमें अरविंद केजरीवाल जी जमानत पर हैं। अगर ये सम्मन फर्जी थे, ये कंप्लेंट फर्जी थी, तो अरविंद केजरीवाल जी अब आपने 15,000 रुपए का मुचलका भर के जमानत क्यों ली? दूसरी बात, ये कहा जा रहा है कि अरविंद केजरीवाल जी को जमानत मिल गई। मैं बताना चाहता हूं अरविंद केजरीवाल जी को कोई जमानत नहीं मिली। अरविंद केजरीवाल जी को केवल और केवल मजिस्ट्रेट के समनों पे जमानत मिली है, मजिस्ट्रेट के सम्मन पे। ईडी के किसी केस में जमानत नहीं मिली। उधर इस दे विचाले भाजपा नेता तरुण चुग ने केजरीवाल ते सवाल चुके ने ते कहा कि जे कोई गलत करेगा तो उसनूं सजा मिलेगी। तो दूजे पासे मनजिंदर सिंह सिरसा ने कहा कि केजरीवाल नूं मैजिस्ट्रेट के सम्मन ते जमानत मिली है, ना कि ईडी के सम्मन ते। मिस्टर केजरीवाल अपीयर हुए हैं 15, क्योंकि बेलेबल ऑफेंस है तो 15-15 हजार के 2 अलग अलग केसों में बॉन्ड और श्योरिटी बॉन्ड दिए जो एक्सेप्ट कर लिए हैं। ਜ਼ਿਕਰਯੋਗ ਹੈ ਕਿ ਕਥਿਤ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 8 ਵਾਰ ਸਮਨ ਕੀਤਾ, ਪਰ ਕੇਜਰੀਵਾਲ ਦੇ ਵੱਲੋਂ ਪੇਸ਼ ਨਾ ਹੋਣ ਤੇ ਈਡੀ ਨੇ ਪਟੀਸ਼ਨ ਦਾਖਲ ਕਰਕੇ ਕੋਰਟ ਦਾ ਰੁਖ ਕੀਤਾ, ਜਿਸ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।